हरबंस सिंह बुट्टा जी। ਤੁਹਾਡਾ ਕੀ ਲੱਗਦਾ ਸਾਡਾ ਸਕਾ ਬੈਨ ਹੋਈ ਹੈ ਉਹ ਕਹੂਗਾ ਕੋਈ ਪੁੱਛਦਾ ਹੈ ਕਿ ਤੁਸੀਂ ਇੰਜ ਹੀ ਕਰਤੇ ਕਿਆ ਦੇਸ਼ ਦੀ ਸੇਵਾ ਕਰ ਰਹੇ ਨੇ, ਪੰਜਾਬ ਦੀ ਸੇਵਾ ਵੀ ਕਰ ਰਹੇ ਨੇ। ਪੰਜਾਬ ਦੀ ਸੇਵਾ ਹੋਏਗੀ ਤੇ ਦੇਸ਼ ਦੀ ਸੇਵਾ ਆਪੇ ਹੋ ਜਾਏਗੀ। ਤੇ ਕਿਸੇ ਨੂੰ ਪਤਾ ਹੀ ਨਹੀਂ ਹੈ ਇਹ ਕੰਮ ਸੈਂਟਰਲ ਗਵਰਨਮੈਂਟ ਨੇ ਕੀਤੇ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਮੇਰੇ ਮੀਡੀਆ ਦੇ ਜਿੰਨੇ ਭੈਣ ਭਰਾ ਨੇ ਉਹਨਾਂ ਨੂੰ ਇਹ ਕੈਰੀ ਕਰਨਾ ਵੀ ਜ਼ਰੂਰੀ ਹੈ ਕਿ ਜਨਤਾ ਨੂੰ ਕੰਮ ਦਿਸਦੇ ਨੇ ਪਰ ਕਿਹਨੇ ਬਣਾਏ ਉਹ ਨਹੀਂ ਦਿਸਦਾ। ਤੇ ਇਸ ਕਰਕੇ ਮੈਂ ਸ਼ੁਰੂ ਕੀਤਾ ਤੇ ਸਾਰਿਆਂ ਤੋਂ ਪਹਿਲਾਂ ਤੇ ਗੁਰਦੁਆਰਾ ਸਰਕਿਟ ਟ੍ਰੇਨ ਜਿਹੜੀ ਹੈ ਉਹ ਸੈਂਟਰ ਨੇ ਸ਼ੁਰੂ ਕੀਤੀ, ਜਿਹੜੀ ਹਜ਼ੂਰ ਸਾਹਿਬ ਹਰਮਿੰਦਰ ਸਾਹਿਬ ਜੀ, ਪਟਨਾ ਸਾਹਿਬ ਜੀ, ਹਜ਼ੂਰ ਸਾਹਿਬ ਨੰਦੇੜ, ਮਹਾਰਾਜ ਦਮਦਮਾ ਸਾਹਿਬ ਐਂਡ ਬਠਿੰਡਾ, ਇਹ ਸਾਰਿਆਂ ਨੂੰ ਕਨੈਕਟ ਕਰਨ ਦੀ 11 ਦਿਨ ਦੀ ਜਿਹੜੀ ਯਾਤਰਾ ਹੈ ਉਹ ਤੇ ਪੂਰਾ ਸਰਕਿਟ ਕੰਪਲੀਟ ਹੁੰਦਾ ਹੈ। ਇਹ ਟ੍ਰੇਨ ਵੀ ਸੈਂਟਰਲ ਗਵਰਨਮੈਂਟ 'ਚ ਬੈਠੀ ਮੋਦੀ ਸਰਕਾਰ ਨੇ ਤੁਹਾਨੂੰ ਬਣਾ ਕੇ ਦਿੱਤੀ ਆ। ਕਰਤਾਰਪੁਰ ਕੋਰੀਡੋਰ ਬਹੁਤੇ ਲੋਕੀ ਨੇ ਬਹੁਤ ਕੁਝ ਦਾਅਵੇ ਕੀਤੇ ਨੇ ਪਰ ਕਰਤਾਰਪੁਰ ਕੋਰੀਡੋਰ ਜਿਹੜਾ ਹੈ ਉਹ ਵੀ ਮੋਦੀ ਸਰਕਾਰ ਨੇ ਖੋਲਿਆ ਹੈ। ਇੰਨੇ ਸਾਲ ਬਾਅਦ, ਇੰਨੇ ਚਿਰ ਬਾਅਦ ਜਿਹੜੀ ਇੱਕ ਬਹੁਤ ਸ਼ਰਧਾਲੂਆਂ ਦੀ ਡਿਮਾਂਡ ਸੀ ਕਿ ਸਾਨੂੰ ਕਰਤਾਰਪੁਰ ਕੋਰੀਡੋਰ ਮਿਲ ਜਾਏ ਤੇ ਸਾਰਾ ਆਣਾ ਜਾਣਾ ਜਿਹੜਾ ਉਹ ਸੌਖਾ ਹੋ ਜਾਏ। ਤੇ ਉਹ ਕੰਮ ਵੀ ਪੈਸੇ ਲਾ ਕੇ 120 ਕਰੋੜ ਰੁਪਇਆ ਲਾਇਆ ਉਸ ਪ੍ਰੋਜੈਕਟ ਤੇ ਉਹਨੂੰ ਖੋਲਣ ਦਾ ਕੰਮ ਜਿਹੜਾ ਇਹ ਸੈਂਟਰਲ ਗਵਰਨਮੈਂਟ ਨੇ ਕੀਤਾ। ਜਿਹੜਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਗੁਰਦਾਸਪੁਰ ਨੂੰ ਤੇ ਕਨੈਕਟ ਕਰਦਾ ਹੈ। ਉਹਦੇ ਬਾਅਦ ਜਿਹਨੇ ਰੈਸਟੋਰੇਸ਼ਨ ਹੋਈ ਹੈ, ਜਿੰਨੇ ਪੁਰਾਣੇ ਸਾਡੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਸਾਰਿਆਂ ਦੀ ਰੈਸਟੋਰੇਸ਼ਨ ਹੈਰੀਟੇਜ ਸਰਕਟ ਦਾ ਕੰਮ ਵੀ ਸੈਂਟਰਲ ਗਵਰਨਮੈਂਟ ਨੇ ਕੀਤਾ, ਜਿਹਦੇ 'ਚ ਹੈ ਹੈਰੀਟੇਜ ਸਟਰੀਟ, ਕਿਲਾ ਆਲੂਵਾਲੀਆ, ਕਿਲਾ ਗੋਬਿੰਦਗੜ੍ਹ, ਜਲਿਆਂਵਾਲਾ ਬਾਗ, ਦੁਰਗਿਆਨਾ ਟੈਂਪਲ, ਰਾਮਗੜ੍ਹ ਦੇ ਰੋਹੀ ਤੇ ਪ੍ਰੋਜੈਕਟ ਜਿਹਨੇ ਨੇ ਇਹ ਸਾਰੇ ਪ੍ਰੋਜੈਕਟ ਵੀ ਸੈਂਟਰਲ ਗਵਰਨਮੈਂਟ ਨੇ ਕਰਕੇ ਦਿੱਤੇ ਨੇ। ਪ੍ਰਸ਼ਾਦ ਸਕੀਮ ਜਿਹੜੀ ਹੈ ਇੱਕ ਹੋਰ ਸਕੀਮ ਹੈ ਮੇਰੀ ਡਿਪਾਰਟਮੈਂਟ ਦੀ ਤੇ ਉਹਦੇ 'ਚ ਕਰੁਣਾ ਸਾਗਰ ਵਾਲਮੀਕੀ ਸਥਲ ਅੰਮ੍ਰਿਤਸਰ ਦਾ ਜਿਹੜਾ ਕੰਮ ਹੈ ਉਹ ਕੰਮ ਵੀ ਮੇਰੇ ਡਿਪਾਰਟਮੈਂਟ ਨੇ ਕਰਕੇ ਦਿੱਤਾ ਹੈ। ਉਹ ਹੈ 6.5 ਕਰੋੜ ਦਾ ਇੱਕ ਮਤਲਬ ਇੱਕ ਸਾਲ ਦਾ ਇਹਨਾਂ ਹੈ ਪਰ ਟੋਟਲ ਸਕੀਮ ਕਈ ਸਕੀਮਾਂ ਕੰਬਾਈਨ ਕਰਕੇ 15-16 ਦਾ ਹੈ। ਤੇ ਇਹ ਕੰਮ ਵੀ ਸਥਲ ਦਾ ਕੰਮ ਵੀ ਵਾਲਮੀਕੀ ਸਥਲ ਦਾ ਕੰਮ ਵੀ ਸਾਡੇ ਡਿਪਾਰਟਮੈਂਟ ਨੇ ਕਰਕੇ ਦਿੱਤਾ ਹੈ। ਅਨੰਦਪੁਰ ਸਾਹਿਬ ਤੇ ਫਤਿਹਗੜ੍ਹ ਸਾਹਿਬ, ਚਮਕੌਰ ਜੀ, ਫਿਰੋਜ਼ਪੁਰ, ਅੰਮ੍ਰਿਤਸਰ, ਖੱਟਰ ਕਲਾਂ, ਕਲਾਨਕੌਰ, ਪਟਿਆਲਾ, ਇਹ ਸਵਦੇਸ਼ ਸਕੀਮ 'ਚ ਇਹ ਕੰਮ ਜਿਹੜਾ ਹੈ ਇਹ ਕੰਮ ਵੀ ਮੇਰੇ ਡਿਪਾਰਟਮੈਂਟ ਨੇ ਹੀ ਕਰਕੇ ਦਿੱਤਾ ਹੈ। ਜਲਿਆਂਵਾਲਾ ਬਾਗ, ਹੁਸੈਨੀ ਵਾਲਾ, ਇਹ ਡਿਵੈਲਪਮੈਂਟ ਦੇ ਜਿਹਨੇ ਕੰਮ ਹੋਏ ਨੇ ਇਹ ਕੰਮ ਵੀ ਮੇਰੇ ਡਿਪਾਰਟਮੈਂਟ ਨੇ ਕਰਕੇ ਦਿੱਤਾ ਹੈ। ਤੇ ਜਿਹੜੇ ਇੱਥੇ ਟੂਰਿਸਟ ਸਰਕਿਟ ਹੈ ਜਦੋਂ ਸਾਰੇ ਟੂਰਿਸਟ ਵਿਦੇਸ਼ ਤੋਂ ਤੇ ਡਿਫਰੈਂਟ ਸਟੇਟਸ ਤੋਂ ਇੱਥੇ ਆਉਂਦੇ ਨੇ ਉਹਨਾਂ ਦੀ ਸਹੂਲੀਅਤ ਲਈ ਅੰਮ੍ਰਿਤਸਰ 'ਚ ਜਿਹੜਾ ਹੈਰੀਟੇਜ ਪਾਥ ਹੈ ਆਨੰਦਪੁਰ ਸਾਹਿਬ ਦਾ ਉਹ 29 ਕਰੋੜ ਦੇ ਕਰੀਬ ਉੱਤੇ ਪੈਸਾ ਖਰਚ ਕਰਕੇ ਇਹ ਕੰਮ ਕੀਤਾ। ਫਤਿਹਗੜ੍ਹ ਸਾਹਿਬ ਦੀ ਸਾਈਟ ਜਿਹੜੀ ਹੈ ਸਮਾਧੀ ਨੂੰ ਕਵਰ ਕਰਨ ਦਾ ਕੰਮ ਸ਼ਹੀਦ ਊਧਮ ਸਿੰਘ ਜੀ ਦੀ ਸਮਾਧੀ ਦਾ, ਜਹਾਜ਼ ਹਵੇਲੀ ਦਾ, ਦੀਵਾਨ ਟੋਡਰਮਲ ਤੇ ਮੀਰ ਮੀਰਾ ਦਾ ਟੂਮ, ਸਦਨਾ ਕਸਾਈ ਦਾ ਟੂਮ, ਇਹ ਕੰਮ ਵੀ ਜਿਹੜਾ ਚਮਕੌਰ ਸਾਹਿਬ 'ਚ ਡਿਵੈਲਪਮੈਂਟ ਹੈ ਉਹ ਕੰਮ ਵੀ ਮੇਰੇ ਡਿਪਾਰਟਮੈਂਟ ਨੇ ਕਰਕੇ ਦਿੱਤਾ ਹੈ। ਤੇ ਫਿਰੋਜ਼ਪੁਰ ਬਾਰਡਰ ਤੇ ਹੁਸੈਨੀ ਵਾਲਾ ਦੇ ਡਿਵੈਲਪਮੈਂਟ ਦਾ ਕੰਮ, ਖਟਕਰ ਕਲਾਂ ਦੇ ਡਿਵੈਲਪਮੈਂਟ ਦਾ ਕੰਮ ਵੀ ਮੋਦੀ ਸਰਕਾਰ ਨੇ ਕਰਕੇ ਦਿੱਤਾ ਹੈ। ਇਹ ਕੰਮ ਕੋਈ ਪੁੱਛੇਗਾ ਕਿ ਇਹ ਸੰਸਕ੍ਰਿਤੀ ਡਿਪਾਰਟਮੈਂਟ ਨੇ ਕੀਤੇ ਤੇ ਕਿਸੇ ਨੂੰ ਬਾਕੀ ਹੋਰ ਲੋਕੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਅੱਜ ਆ ਕੇ ਜਨਤਾ ਦੇ ਵਿੱਚ ਇਹ ਦੱਸਣਾ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਕੰਮ ਕੀਤਾ ਉਹੀ ਕੰਮ ਜੋਗੇ ਨੇ, ਬਾਕੀ ਨਿਕੰਮੇਪਨ ਕਰਕੇ ਕੰਮ ਨਹੀਂ ਕਰਦੇ ਤੇ ਦੂਜਿਆਂ ਦਾ ਸ਼੍ਰੇ ਵੀ ਆਪੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਹ ਪਤਾ ਹੋਣਾ ਚਾਹੀਦਾ ਹੈ। ਤੇ ਅੱਜ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਇਹ ਤੁਹਾਨੂੰ ਦੱਸਣ ਆਈ ਸੀ। ਤੇ ਇੱਕ ਹੋਰ ਜਿਹੜਾ ਦੂਜਾ ਡਿਪਾਰਟਮੈਂਟ ਹੈ ਉਹ ਵੀ ਪੰਜਾਬ ਲਈ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਹੈ ਤੇ ਉਹ ਡਿਪਾਰਟਮੈਂਟ ਹੈ ਮੇਰਾ ਫੋਰਨ ਅਫੇਅਰਸ ਦਾ। ਫੋਰਨ ਅਫੇਅਰਸ 'ਚ
ਇੱਥੇ ਬੈਠੇ ਸਾਰੇ ਭੈਣਾਂ ਭਰਾਵਾਂ ਨੂੰ ਪਤਾ ਹੋਣਾ ਹੈ ਕਿ ਜਿੰਨੀ ਮੁਸ਼ਕਿਲ ਕੁੜੀਆਂ ਜਿਹੜੀ ਵਿਆਹ ਜਾਂਦੀਆਂ ਨੇ NRIs ਤੋਂ ਤੇ ਉਹਨਾਂ ਨੂੰ ਛੱਡ ਕੇ ਨੱਠ ਜਾਂਦੇ ਨੇ ਮੁੰਡੇ 30 ਸਾਲ 20 ਸਾਲ ਟਾਈਮ ਮਿਲਦੇ ਨਹੀਂ ਫਿਰ ਤੇ ਉਹਨਾਂ ਦੇ ਮਾਪਿਓ ਕੈਨੇਡਾ ਤੇ ਲੰਡਨ ਹੋ ਕੇ ਵਾਪਸ ਵੀ ਆ ਜਾਂਦੇ ਨੇ ਪਰ ਕੁੜੀਆਂ ਨੂੰ ਨਾ ਜਾਣ ਜੋਗੀਆਂ ਨੇ ਨਾ ਰਹਿਣ ਜੋਗੀਆਂ ਨੇ ਉਹਨਾਂ ਘਰਾਂ ਵੀ ਕੱਢ ਦਿੰਦੇ ਨੇ ਤੇ ਇਹ ਮੁਸ਼ਕਲ ਜਦੋਂ ਅਸੀਂ ਜਿੱਤ ਕੇ ਆਏ 2014 ਚ ਤੇ 15-16 ਚ ਇਹ ਕੰਪਲੇਂਟ ਸਾਡੇ ਕੋਲ ਆਈਆਂ ਮੈਂ ਉਸ ਵੇਲੇ MEA ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਉਹਦੀ ਮੈਂ ਮੈਂਬਰ ਸੀ ਤੇ ਉਹ ਜਦੋਂ ਡਿਸਕਸ਼ਨ ਹੋਏ ਤੇ ਅਸੀਂ ਪੁੱਛਿਆ ਕੁੜੀਆਂ ਦੇ ਕੀ ਹਾਲਤ ਹੈ ਕੀ ਕਰ ਰਹੇ ਨੇ ਇੰਨੇ ਸਾਲ ਹੋ ਗਏ ਕੋਈ ਅਫਸਰ ਕੰਮ ਨਹੀਂ ਕਰ ਰਿਹਾ ਸੀ ਤੇ ਅਸੀਂ ਆਂਦੇ ਹੀ ਉਹਨਾਂ ਨੂੰ ਇਨਸਟਰਕਸ਼ਨ ਦਿੱਤੀਆਂ ਕਿ ਇਹੋ ਜਿਹੇ ਜਿੰਨੇ ਕੇਸਿਸ ਨੇ ਉੱਥੇ ਕੁੜੀਆਂ ਨੂੰ ਬੁਲਾਓ ਕੁੜੀਆਂ ਨੂੰ ਬੁਲਾ ਕੇ ਜਿਹੜੀ ਕੰਪਲੇਂਟਸ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਟ੍ਰੇਨਿੰਗ ਦਾ ਕੰਮ ਕਰੋ ਤੇ ਅੱਜ ਸਾਡੇ ਜਿਹਨੇ ਪਾਸਪੋਰਟ ਆਫਿਸ ਨੇ ਉਹ ਇਹੋ ਜਿਹੇ ਕੇਸਿਸ 'ਚ ਉਹਨਾਂ ਕੁੜੀਆਂ ਦੀ ਟ੍ਰੇਨਿੰਗ ਵੀ ਕਰਦੇ ਨੇ ਉਹਨਾਂ ਨੂੰ ਸਿਖਾਉਂਦੇ ਵੀ ਨੇ ਕਿ ਕਿਵੇਂ ਉਹਨਾਂ ਬੰਦਿਆਂ ਨੂੰ ਟਰੈਕ ਕਰਨਾ ਹੈ ਟਰੈਕ ਕਰਨ ਦੇ ਬਾਅਦ ਉਹਨਾਂ ਦੇ ਪਾਸਪੋਰਟ ਇੰਪਾਊਂਡ ਕਰਨ ਦਾ ਕੰਮ 592 ਦੇ ਨੇੜੇ ਤੇੜੇ ਪਾਸਪੋਰਟ 500 ਲਾ ਲਓ 500 ਪਾਸਪੋਰਟ ਤੋਂ ਵੱਧ ਕੇ ਪਾਸਪੋਰਟ ਅਸੀਂ ਇੰਪਾਊਂਡ ਕੀਤੇ ਨੇ ਉਹ ਪਾਸਪੋਰਟ ਇੰਪਾਊਂਡ ਕਰਨ ਦਾ ਨਤੀਜਾ ਇਹ ਹੋਇਆ ਕਿ ਅੱਧੇ ਤੋਂ ਜ਼ਿਆਦਾ ਕੇਸਿਸ 'ਚ ਬੰਦੇ ਵਾਪਸ ਆਏ ਤੇ ਉਹ ਕੇਸਿਸ ਸੈਟਲ ਹੋਏ ਤੇ ਕੁੜੀਆਂ ਨੂੰ ਥੋੜੀ ਜਿਹੀ ਤਸੱਲੀ ਕਹੋਗੇ ਤਸੱਲੀ ਮਿਲੀ ਉਹਨਾਂ ਨੂੰ ਬੱਚਿਆਂ ਦਾ ਕੁਝ ਕੰਮ ਕਰਨਾ ਸੀ ਉਹ ਕੰਮ ਹੋਇਆ ਤੇ ਇਹ ਸਾਡੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਵੀ ਕੰਮ ਕੀਤਾ ਤੇ ਦੂਜਾ ਜਿਹੜਾ ਇੱਕ ਵੱਡਾ ਕੰਮ ਹੋਰ ਸੀ ਐਕਸਟਰਨਲ ਅਫੇਅਰਸ ਦਾ ਜਿਹੜੇ ਪਾਸਪੋਰਟ ਸਰਵਿਸ ਆਫਿਸ ਨੇ ਪਾਸਪੋਰਟ ਕੇਂਦਰ ਨੇ ਉਹਨਾਂ ਦਾ ਤੁਸੀਂ ਜਾ ਕੇ ਹੁਣ ਰਵੱਈਆ ਦੇਖੋ ਪਹਿਲਾਂ ਦਾ ਦੇਖੋ ਤੁਹਾਨੂੰ ਸਮਝ ਆ ਜਾਏਗਾ ਕਿੰਨਾ ਬਦਲਾਅ ਹੈ ਤੇ 1.25 ਲੱਖ ਤੋਂ ਜ਼ਿਆਦਾ ਪਾਸਪੋਰਟ ਅਸੀਂ ਇਸ਼ੂ ਕਰਦੇ ਨੇ ਪੰਜਾਬ ਤੋਂ ਉਹ ਜਿਹੜੇ ਪਾਸਪੋਰਟ ਇਸ਼ੂ ਹੋ ਰਹੇ ਨੇ ਉਹ ਕਰੋਨਾ ਦਾ ਤੁਹਾਨੂੰ ਨੰਬਰ ਦਿੱਤਾ ਮੈਂ 1.25 ਲੱਖ ਜਦੋਂ 12 ਆਣਾ ਜਾਣਾ ਵੀ ਬੰਦ ਹੈ ਘੱਟ ਲੋਕ ਜਾ ਰਹੇ ਨੇ ਫਿਰ ਵੀ 1.25 ਲੱਖ ਤੋਂ ਵੱਧ ਜਿਹੜਾ ਨੰਬਰ ਪੰਜਾਬ ਦਾ ਹੈ ਜਿੱਥੇ 1 ਸਾਲ ਦੇ ਪਾਸਪੋਰਟ ਇੱਥੇ ਅਸੀਂ ਬਣਾ ਕੇ ਦੇ ਰਹੇ ਨੇ ਤੇ ਹੋਰ ਤੁਹਾਡੇ ਕੋਈ ਪ੍ਰਸ਼ਨ ਹੋਣਗੇ ਤੇ ਮੈਂ ਜਵਾਬ ਦੇਵਾਂਗੀ ਮੈਡਮ ਜਾਸੂਸੀ ਕੇਸ ਇੱਕ ਵਾਰ ਫਿਰ ਬਾਹਰ ਆ ਗਿਆ ਪਿੱਛੇ ਹੁਣ ਇੱਕ ਰਿਪੋਰਟ ਪਬਲਿਸ਼ ਹੋਈ ਹੈ ਉਹਦੇ ਵਿੱਚ ਨਾਮ ਆਇਆ ਕਿ BJP ਨੇ ਜਾਸੂਸੀ ਮਾਮਲੇ ਵਿੱਚ 18,000 ਕਰੋੜ ਦਾ ਸੌਫਟਵੇਅਰ ਖਰੀਦਿਆ ਸੀ BJP ਨੇ ਕੋਈ ਸੌਫਟਵੇਅਰ ਨਹੀਂ ਖਰੀਦਿਆ ਗਵਰਨਮੈਂਟ ਕੀ ਕਰਦੀ ਹੈ ਉਹਨਾਂ ਨੂੰ ਜਾਸੂਸੀ ਦੇ ਕਰਨ ਲਈ ਖਰੀਦਣ ਦੀ ਵੀ ਲੋੜ ਨਹੀਂ ਹੈ ਉਹ ਮੈਂ ਇੱਥੇ ਦੱਸ ਵੀ ਨਹੀਂ ਸਕਦੀ ਜਿਹੜੀ ਚੀਜ਼ਾਂ ਗਵਰਨਮੈਂਟ ਨੇ ਕਰਨੀਆਂ ਹੋਣਗੀਆਂ ਉਹ ਗਵਰਨਮੈਂਟ ਦੇ ਡਿਫਰੈਂਟ ਲੈਵਲ ਤੇ ਕੰਮ ਹੁੰਦੇ ਨੇ ਤੇ ਤੁਸੀਂ ਤੇ ਬਾਰਡਰ ਸਟੇਟ 'ਚ ਬੈਠੇ ਹੋ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਹੈ ਕਿ ਸਿਕਿਉਰਿਟੀ ਕੰਡੀਸ਼ਨ 'ਚ ਕਿਹੋ ਜਿਹੇ ਕੰਮ ਕਰਨ ਦੀ ਲੋੜ ਹੈ ਪਰ ਜਿਹੜੇ ਇਹੋ ਜਿਹੀ ਚੀਜ਼ਾਂ ਇਲੈਕਸ਼ਨ ਦੇ ਟਾਈਮ ਦੇ ਨੇੜੇ ਲਿਆਉਂਦੇ ਨੇ ਉਹ ਮਤਲਬ ਥੋੜਾ ਵੀ ਸਮਝਦਾਰ ਬੰਦਾ ਹੋਏਗਾ ਤੇ ਸਾਰਿਆਂ ਨੂੰ ਆਨਲਾਈਨ ਮਿਲ ਜਾਏਗਾ ਕਿਵੇਂ ਇਹੋ ਜਿਹੀ ਚੀਜ਼ਾਂ ਹੋ ਰਹੀਆਂ ਨੇ और जिन्नी कंपनियां आई ने वो की काम उस तो ज्यादा जासूसी ते ਤੁਹਾਡੀ जिन्नी सोशल मीडिया ਉੱਥੇ हो जाएगी ਕਿਸੇ ਨੂੰ जासूसी करने की लोड़ नहीं है। मैडम ये भी बात होती है कि जो स्टेट गवर्नमेंट है उन्होंने जो इंटेलिजेंस डिपार्टमेंट है उसी प्राइवेट एजेंसी को देने के लिए उन्होंने एग्रीमेंट सर पीछे किया है स्टेट गवर्नमेंट पंजाब स्टेट सरकार ने इस तरह नहीं ये तो मैं ये जरूर कहना चाहूंगी कि स्टेट के काम होते हैं स्टेट की अथॉरिटी होती है और स्टेट के काम स्टेट को ही करने चाहिए। खास तौर पे जो इंटेलिजेंस है वो इंटेलिजेंस कलेक्शन और इंटेलिजेंस पे काम सरकारी तौर पे सरकार का फर्ज होता है। अगर टेररिस्ट केसेस हैं या कुछ इस तरीके की सिक्योरिटी रिलेटेड चीजें हैं तो वो हैंडलिंग भी सरकार के जो नुमाइंदे हैं उन्हीं को करना चाहिए। बाहर की एजेंसीज को ऐसा काम नहीं दिया जा सकता क्योंकि ये बहुत ही संजीदगी वाला सेंसिटिव मामला होता है। प्राइवेट लोगों को ये अधिकार नहीं है। बॉर्डर स्टेट है, नेशनल सिक्योरिटी का इशू है और जब भी मैं अपने आसपास देखती हूँ तो मुझे बार बार इस बात की तकलीफ होती है। हम पूरा देश एक है, हम सबको तरक्की करनी है, हम सबको आगे बढ़ना है, वो एक विषय है। लेकिन पंजाब
जो 84-85 में मेरे जब मैं कॉलेज वगैरह में पढ़ती थी उस टाइम पर, और उससे पहले नंबर 1 स्टेट रहा है, और वो स्टेट आज सड़क के 23 पे पहुंचा है। तो कुछ तो कारण रहे होंगे ना कि उसको नीचे आ गया, और कुछ कारण और राज्यों में रहे होंगे जो आज नंबर 1 हो गए, जो पीछे होते थे। तो इसलिए गुड गवर्नेंस का जो पहला अध्याय है, जो पहला ताल्लुक है, वो ये है कि राज्य को राज्य के काम करने हैं। वो काम किसी प्राइवेट एजेंसी या प्राइवेट लोगों के हाथ में नहीं दिए जा सकते। स्टेट सिक्योरिटी इज अ स्टेट सब्जेक्ट, it cannot be given to private agencies, and that's a sad state of affair if you start leasing out the state's authority itself. I mean, police cannot be a private police, let's put it that way. Military cannot be a private military, it becomes a militia, it's no longer military. तो जो ਜਿਹੜੇ ਮਿਲਟਰੀ ਦੇ ਅਧਿਕਾਰ ਨੇ, ਜਿਹੜੇ ਪੁਲਿਸ ਦੇ ਅਧਿਕਾਰ ਨੇ, ਉਹ ਪੁਲਿਸ ਦੇ ਨੇ ਕਿਉਂਕਿ ਉਹ ਸਟੇਟ ਦੀ ਪਾਵਰ ਨੂੰ ਰਿਪਰੈਜ਼ੈਂਟ ਕਰਦਾ ਹੈ। ਜਿਹੜੇ ਮਿਲਟਰੀ ਦੇ ਅਧਿਕਾਰ ਨੇ, ਉਹ ਮਿਲਟਰੀ ਦੇ ਅਧਿਕਾਰ ਨੇ ਕਿਉਂਕਿ ਉਹ ਸਟੇਟ ਦੀ ਤਾਕਤ ਨੂੰ ਰਿਪਰੈਜ਼ੈਂਟ ਕਰਦਾ ਹੈ। ਉਹ ਤਾਕਤ ਕਿਸੇ ਬੰਦੇ ਨੂੰ ਪ੍ਰਾਈਵੇਟਲੀ ਤੁਸੀਂ ਲੀਜ਼ ਤੇ ਲਾਇਸੈਂਸ ਨਹੀਂ ਬਣ ਸਕਦੇ, ਉਹ ਸਟੇਟ ਦਾ ਹੀ ਕੰਮ ਹੈ, ਉਹ ਸਟੇਟ ਨੂੰ ਹੀ ਕਰਨਾ ਹੈ, ਕਿਸੇ ਪ੍ਰਾਈਵੇਟ ਬੰਦੇ ਦਾ ਅਧਿਕਾਰ ਨਹੀਂ ਹੋ ਸਕਦਾ।